ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਐਪਰੀਕਸ ਅਕੈਡਮੀ ਦੇ ਵਿੱਚ। ਤੇ ਅੱਜ ਤੁਹਾਨੂੰ ਪਤਾ ਹੀ ਹੈ ਕਿ ਪਟਵਾਰੀ ਦਾ ਐਗਜ਼ਾਮ ਹੋਇਆ ਪੰਜਾਬ ਦਾ, ਇੱਕ ਬਹੁਤ ਹੀ ਇੰਪੋਰਟੈਂਟ ਐਗਜ਼ਾਮ ਜਿਹਦੇ 'ਚ 2,33,000 ਦੇ ਕਰੀਬ ਵਿਦਿਆਰਥੀਆਂ ਨੇ ਪਾਰਟਿਸਿਪੇਟ ਕੀਤਾ ਹੈ। ਤੇ 2 ਟਾਇਰ ਦੇ ਵਿੱਚ ਐਗਜ਼ਾਮ ਹੋਣਾ ਹੈ। ਹਲੇ ਜਿਹੜਾ ਅੱਜ ਜੋ ਹੈ 2 ਘੰਟੇ ਦਾ ਟਾਇਰ 1 ਦਾ ਐਗਜ਼ਾਮ ਹੋਇਆ ਤੇ ਅਸੀਂ ਇਸ ਦੇ ਆਨਸਰ ਕੀ ਤੁਹਾਡੇ ਕੋਲ ਮੁਹੱਈਆ ਕਰਾ ਰਹੇ ਹਾਂ। ਇਹ ਜਿਹੜਾ ਹੈ ਕੁਐਸਚਨ ਪੇਪਰ ਇਹ ਸੈੱਟ ਏ ਹੈ, ਤਾਂ ਤੁਸੀਂ ਆਪਣੇ ਸੈੱਟ ਦੇ ਮੁਤਾਬਕ ਇਹਨਾਂ ਸਵਾਲਾਂ ਦੇ ਜਵਾਬ ਆਪਣੇ ਨਾਲ ਮਿਲਾ ਸਕਦੇ ਹੋ। ਸੋ ਆਜੋ ਸ਼ੁਰੂ ਕਰਦੇ ਹਾਂ। ਸੋ ਪਹਿਲਾ ਸਵਾਲ ਸੀ ਜਿਹੜਾ ਵਟ ਇਜ਼ ਦੀ ਹੂ ਇਜ਼ ਦੀ ਫਸਟ ਲਾਅ ਆਫਿਸਰ ਆਫ ਇੰਡੀਆ। ਇਹ ਬੇਸਿਕਲੀ ਅਟਾਰਨੀ ਜਨਰਲ ਆਫ ਇੰਡੀਆ। ਇਸ ਦਾ ਸਹੀ ਜਵਾਬ ਹੈ ਡੀ ਆਪਸ਼ਨ। ਜੇ ਸਟੇਟ ਦਾ ਪੁੱਛਿਆ ਜਾਂਦਾ ਤਾਂ ਇਹ ਐਡਵੋਕੇਟ ਜਨਰਲ ਆਫ ਇੰਡੀਆ ਹੋਣਾ ਸੀ। ਦੈਨ ਨੈਕਸਟ ਸਵਾਲ ਇਜ਼ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਮੇਜਰ ਗ੍ਰੀਨ ਹਾਊਸ ਗੈਸ। ਵੀ ਇਹਨਾਂ 'ਚੋਂ ਕਿਹੜੀ ਜਿਹੜੀ ਹੈ ਮੁੱਖ ਗ੍ਰੀਨ ਹਾਊਸ ਗੈਸ ਨਹੀਂ ਹੈ। ਇਸ ਨੂੰ ਲੈ ਕੇ ਥੋੜ੍ਹਾ ਜਿਹਾ ਡਿਸਪਿਊਟ ਹੈ। ਕੁਝ ਜਗ੍ਹਾ 'ਤੇ ਓਜ਼ੋਨ ਦੇਖਣ ਨੂੰ ਮਿਲ ਰਿਹਾ ਹੈ ਅਤੇ ਕੁਝ ਜਗ੍ਹਾ 'ਤੇ ਮਿਥੇਨ ਕਿਹਾ ਜਾ ਰਿਹਾ ਹੈ। ਸੋ ਫਿਲਹਾਲ ਦੀ ਘੜੀ ਅਸੀਂ ਇਸ ਨੂੰ ਥੋੜ੍ਹਾ ਡਿਸਪਿਊਟ 'ਤੇ ਰੱਖਦੇ ਹਾਂ। ਫਿਰ ਵੀ ਅਕੋਰਡਿੰਗ ਟੂ ਅਸ ਸਾਡੇ ਮੁਤਾਬਕ ਇਹਦਾ ਆਨਸਰ ਓਜ਼ੋਨ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਤੀਜਾ ਸਵਾਲ ਲਾਈਵ ਬਰਥਸ ਪਰ 1000 ਪੋਪੂਲੇਸ਼ਨ, ਇਸ ਨੂੰ ਕੀ ਕਹਿੰਦੇ ਨੇ? ਤਾਂ ਇਸ ਨੂੰ ਬੇਸਿਕਲੀ ਇਸ ਡੈਫੀਨੇਸ਼ਨ ਦਾ ਨਾਮ ਹੈ ਕਰੂਡ ਬਰਥ ਰੇਟ। ਸੋ ਕਰੂਡ ਬਰਥ ਰੇਟ ਆਪਸ਼ਨ ਸੀ ਇਸ ਦਾ ਆਨਸਰ ਹੈ। ਦੈਨ ਚੌਥਾ ਆਸ਼ਾ ਵਰਕਰਸ। ਸੋ ਆਸ਼ਾ ਵਰਕਰਸ ਬੇਸਿਕਲੀ ਕੌਣ ਹੁੰਦੀਆਂ ਹਨ? ਤੁਸੀਂ ਦੇਖਿਆ ਉਹ ਪਿੰਡਾਂ ਦੇ ਵਿੱਚ ਬੇਸਿਕਲੀ ਇਹਨਾਂ ਨੂੰ ਕਿਹਾ ਜਾਂਦਾ ਹੈ ਐਕਰੀਡੇਟਿਡ ਸੋਸ਼ਲ ਹੈਲਥ ਐਕਟਿਵਿਸਟ। ਠੀਕ ਹੈ, ਆਪਸ਼ਨ ਸੀ ਇਸ ਦਾ ਆਨਸਰ ਹੈ। ਦੈਨ ਪੰਜਵਾਂ ਸਵਾਲ ਇਹ ਸੀਗਾ ਕਿ ਇਹਨਾਂ 'ਚੋਂ ਕਿਹੜਾ ਕੁਆਲੀਫਾਈ ਨਹੀਂ ਕਰਦਾ ਫॉर ਕਰਟੇਲਿੰਗ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਅੰਡਰ ਦਾ ਇੰਡੀਅਨ ਕਨਸਟੀਟਿਊਸ਼ਨ। ਕਿ ਕਿੰਨਾ ਕਾਰਨਾਂ ਕਰਕੇ ਅਸੀਂ ਜਿਹੜਾ ਹੈਗਾ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ 'ਤੇ ਆਪਾਂ ਕਰਟੇਲ ਕਰ ਸਕਦੇ ਹਾਂ, ਉਸਨੂੰ ਮਤਲਬ ਰੋਕ ਸਕਦੇ ਹਾਂ। ਠੀਕ ਹੈ, ਤਾਂ ਸਿਕਿਉਰਿਟੀ ਦਾ ਜੇ ਇਸ਼ੂ ਹੈ ਤਾਂ ਰੋਕ ਸਕਦੇ ਹਾਂ ਬਿਲਕੁਲ। ਪਬਲਿਕ ਆਰਡਰ ਜਾਂ ਡਿਸੈਂਸੀ ਮੋਰੈਲਿਟੀ ਇਸ਼ੂ ਹੈ ਤਾਂ ਰੋਕ ਸਕਦੇ ਹਾਂ ਬਿਲਕੁਲ। ਕੰਟੈਂਪਟ ਆਫ ਕੋਰਟ ਹੈ ਉਸ ਲਈ ਵੀ ਬਿਲਕੁਲ। ਸੋ ਆਨਸਰ ਇਸ ਦਾ ਬਣਦਾ ਹੈ ਆਪਸ਼ਨ ਸੀ। ਡਿਮਾਂਡ ਫॉर ਆਟੋਨਮੀ ਕੁਆਲੀਫਾਈ ਨਹੀਂ ਕਰਦਾ ਹੈ ਟੂ ਕਰਟੇਲ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ। ਦੈਨ ਨੈਕਸਟ ਇਜ਼ ਵੈਨ ਇਜ਼ ਇੰਟਰਨੈਸ਼ਨਲ ਯੋਗਾ ਡੇ ਸੈਲੀਬ੍ਰੇਟਡ। ਬਹੁਤ ਹੀ ਸੌਖਾ ਸਵਾਲ ਸੀ। ਯੋਗਾ ਡੇ ਹਾਲ ਹੀ ਵਿੱਚ 21 ਜੂਨ ਨੂੰ ਮਨਾਇਆ ਗਿਆ ਹੈ। ਤੁਹਾਨੂੰ ਪਤਾ ਇੰਡੀਆ ਤੋਂ ਹੀ ਪੋਪੂਲਰਾਈਜ਼ ਹੋਇਆ ਸੀ। ਸੋ ਨੈਕਸਟ ਇਜ਼ 7th ਵਿਚ ਬੈਟਲ ਐਸਟੈਬਲਿਸ਼ ਦਾ ਸੁਪਰੀਮੇਸੀ ਆਫ ਬ੍ਰਿਟਿਸ਼ ਰੂਲ ਇਨ ਇੰਡੀਆ। ਦੇਖੋ ਇੱਥੇ ਸੁਪਰੀਮੇਸੀ ਪੁੱਛੀ ਗਈ ਹੈ, तो बैटल ऑफ प्लासी जिन्होंने आंसर लाया वो गलत है। बैटल जिसने सुप्रीमेसी इस्टैबलिश करती सी ब्रिटिश रूल दी वो बैटल ऑफ बक्सर सी 1764 ਦੇ ਵਿੱਚ, ऑप्शन बी। दैन नैक्सट इज इंश्योरेंस रेगुलेटरी एंड डिवेलपमेंट अथॉरिटी एडा। एडा बेसिकली की है? देखो इंश्योरेंस रेगुलेटरी एंड डिवेलपमेंट अथॉरिटी जो है ये बेसिकली एक स्टैट्यूटरी बॉडी है। ਇਹਦਾ ऑप्शन आना है ए। सो नैक्सट इज ਕਿਹੜਾ ਇੰਸਟੀਚਿਊਟ ਹੈ ਜੋ ਇੰਡੀਆ ਇਨੋਵੇਸ਼ਨ ਇੰਡੈਕਸ ਕੱਢਦਾ ਹੈ? ਸੋ ਇੰਡੀਆ ਦੇ ਵਿੱਚ ਇਹ ਨੀਤੀ ਆਯੋਗ ਕੰਮ ਕਰਦਾ ਹੈ। ਦੈਨ ਉਸ ਤੋਂ ਬਾਅਦ 10ਵਾਂ ਸਵਾਲ ਬਹੁਤ ਹੀ ਸੌਖਾ, ਆਈ ਥਿੰਕ ਸਾਰਿਆਂ ਦਾ ਸਹੀ ਹੋਏਗਾ। ਮਲੇਰਕੋਟਲਾ ਪੰਜਾਬ ਦੀ 23ਵੀਂ ਡਿਸਟ੍ਰਿਕਟ ਹੈ। ਦੈਨ ਬੜਾ ਬੇਸਿਕ ਜਿਹਾ ਇੰਡੈਕਸ ਪੁੱਛਿਆ ਗਿਆ, ਉਮੀਦ ਸੀਗੀ ਕਿ ਕੋਈ ਨਾ ਕੋਈ ਇੰਡੈਕਸ ਪੁੱਛਣਗੇ ਕਿ ਇੰਡੀਆ ਦਾ ਈਜ਼ ਆਫ ਡੂਇੰਗ ਬਿਜ਼ਨਸ ਇਹਨਾਂ ਨੇ ਲਿਖਿਆ ਈਜ਼ ਪਤਾ ਨਹੀਂ ਕਿੱਧਰ ਚਲੀ ਗਈ। ਈਜ਼ ਆਫ ਡੂਇੰਗ ਬਿਜ਼ਨਸ ਦੇ ਰਿਪੋਰਟ 2020 ਅਕੋਰਡਿੰਗ ਇੰਡੀਆ ਦਾ ਰੈਂਕ ਕਿੰਨਾ ਹੈ? ਸੋ ਇਸ ਦਾ ਆਨਸਰ ਹੈ ਸੀ 63। ਦੈਨ ਨੈਕਸਟ ਸਵਾਲ ਥੋੜ੍ਹਾ ਜਿਹਾ ਟ੍ਰਿਕੀ ਸੀ ਕਿ ਮੋਟਰ ਵਹੀਕਲ ਅਮੈਂਡਮੈਂਟ ਐਕਟ ਜਿਹੜੀ ਕੀਤੀ ਗਈ ਹੈ 2019 ਦੀ, ਉਹਦੇ ਵਿੱਚ ਇੱਕ ਨਵੀਂ ਡੈਫੀਨੇਸ਼ਨ ਇਨਕਲੂਡ ਕੀਤੀ ਗਈ ਹੈ। ਸੋ ਬਹੁਤ ਸਾਰੇ ਵਿਦਿਆਰਥੀਆਂ ਨੇ ਇਸ ਦਾ ਜਵਾਬ ਇਲੈਕਟ੍ਰਿਕ ਵਹੀਕਲ ਲਾਇਆ ਹੈ, ਇਹ ਸੋਚ ਕੇ ਕਿ ਸ਼ਾਇਦ ਹਾਂ ਇਲੈਕਟ੍ਰਿਕ ਵਹੀਕਲ ਨੂੰ ਪ੍ਰਮੋਟ ਕਰਨ ਲਈ, ਲੇਕਿਨ ਇਸ ਦਾ ਅਸਲ ਜਵਾਬ ਹੈ ਐਗਰੀਗੇਟਰਸ। ਇਲੈਕਟ੍ਰਿਕ ਵਹੀਕਲ ਦੀ ਡੈਫੀਨੇਸ਼ਨ ਪਹਿਲਾਂ ਹੀ ਸੀਗੀ। ਸੋ ਐਗਰੀਗੇਟਰਸ ਜੋ ਹੈ ਡੈਫੀਨੇਸ਼ਨ ਇਨਕਲੂਡ ਕੀਤੀ ਗਈ ਹੈ, ਆਪਸ਼ਨ ਬੀ। ਦ ਨੈਕਸਟ ਇਜ਼ ਇੰਡੀਆ ਦੇ ਵਿੱਚ ਕੋਲੀਜੀਅਮ ਸਿਸਟਮ ਪਹਿਲੀ ਵਾਰੀ ਕਿਸ ਦੇ ਸੰਦਰਭ 'ਚ ਲਾਗੂ ਕੀਤਾ ਗਿਆ? ਸੋ ਕੋਲੀਜੀਅਮ ਸਿਸਟਮ ਦੇਖੋ ਜਿਵੇਂ ਹੀ ਨਾਮ ਆਉਂਦਾ ਹੈ, ਜਿਨ੍ਹਾਂ ਨੇ ਤਾਂ ਇੰਡੀਅਨ ਪੋਲਿਟੀ ਚੰਗੀ ਤਰ੍ਹਾਂ ਪੜ੍ਹੀ ਹੈ, ਇਹ ਡਾਇਰੈਕਟਲੀ ਜੁਡੀਸ਼ਰੀ ਨਾਲ ਰਿਲੇਟਡ ਹੈ, ਆਪਸ਼ਨ ਸੀ। ਦੈਨ ਅਗਲਾ ਸਵਾਲ ਇੰਡੀਆ ਦੀ ਕਿਹੜੀ ਯੂਨੀਵਰਸਿਟੀ ਯੂਨੈਸਕੋ ਵੱਲੋਂ ਵਰਲਡ ਕਲਚਰਲ ਹੈਰੀਟੇਜ ਐਲਾਨੀ ਗਈ ਹੈ ਜਾਂ ਰਿਕੋਗਨਾਈਜ਼ ਮਾਨਤਾ ਪ੍ਰਾਪਤ ਹੈ? ਸੋ ਇਹ ਬੇਸਿਕਲੀ ਦੇਖੋ JNU ਦਿੱਲੀ, ਪੰਜਾਬ ਯੂਨੀਵਰਸਿਟੀ ਆਫ ਲਖਨਊ, ਇਹ ਬਾਰੇ ਤੁਹਾਨੂੰ ਸਭ ਪਤਾ ਹੈ। ਲੇਕਿਨ ਜਿਹੜੀ ਸਭ ਤੋਂ ਦੇਖੋ ਪਹਿਲੀ ਯੂਨੀਵਰਸਿਟੀ ਮੰਨੀ ਜਾਂਦੀ ਹੈ ਪੂਰੀ ਦੁਨੀਆ ਦੀ, ਨਾਲੰਦਾ ਯੂਨੀਵਰਸਿਟੀ, ਇਸ ਨੂੰ ਵਰਲਡ ਹੈਰੀਟੇਜ ਦਾ ਜੋ ਦਰਜਾ ਹੈ ਉਹ ਦਿੱਤਾ ਗਿਆ ਹੈ। ਸੋ ਆਪਸ਼ਨ ਸੀ ਇਸ ਦਾ ਸਹੀ ਆਨਸਰ ਹੈ। ਦੈਨ ਇਹਨਾਂ 'ਚੋਂ ਕਿਹੜਾ ਪੇਅਰ ਸਹੀ ਹੈ? ਦੇਖੋ ਇਹ ਬੜਾ ਆਸਾਨ ਆਪਸ਼ਨ ਸੀ, ਕਿਉਂਕਿ ਜਿਵੇਂ ਹੀ ਅਸੀਂ ਪਹਿਲਾਂ ਪੜ੍ਹਦੇ ਹਾਂ ਹਰਿਆਣਾ 1 ਨਵੰਬਰ 1966 ਸਾਨੂੰ ਪਤਾ ਹੈ ਪੰਜਾਬ ਦੀ ਵੰਡ ਹੋਈ ਸੀ। ਪੰਜਾਬ, ਹਰਿਆਣਾ, ਹਿਮਾਚਲ ਜੋ 3 ਜ਼ਿਲ੍ਹੇ ਡਿਸਟ੍ਰਿਕਟ ਬਣੀਆਂ ਸੀਗੀਆਂ। ਸੋ ਇਸ ਦਾ ਆਨਸਰ ਜੋ ਹੈ ਉਹ ਪਹਿਲਾ ਹੀ ਹੈ, ਹਰਿਆਣਾ 1 ਨਵੰਬਰ 1966, ਆਪਸ਼ਨ ਏ। ਦੈਨ ਅਗਲਾ ਸਵਾਲ ਸੀ ਕਿ ਕਿਹੜੀ ਪਲੇਸ 'ਤੇ ਸਰਦਾਰ ਵੱਲਭ ਭਾਈ ਪਟੇਲ ਵੱਲੋਂ ਫਲੈਗ ਸੱਤਿਆਗ੍ਰਹਿ ਦੀ ਜੋ ਹੈ ਸ਼ੁਰੂਆਤ ਕੀਤੀ ਗਈ ਸੀ, ਸਫਲਤਾ ਤਹਿਤ ਚਲਾਇਆ ਗਿਆ ਸੀ? ਸੋ ਕਈਆਂ ਨੇ ਇਸ ਦਾ ਆਨਸਰ ਬਾਰਦੋਲੀ ਲਾਤਾ ਹੈ। ਉਸ ਦਾ ਰੀਜ਼ਨ ਇਹ ਸੀ ਕਿ ਬਾਰਦੋਲੀ ਸੱਤਿਆਗ੍ਰਹਿ ਪੜ੍ਹਿਆ ਸੀ, ਉਹਨਾਂ ਨੂੰ ਲੱਗਿਆ ਕਿ ਹਾਂ ਬਾਰਦੋਲੀ 'ਚ ਸੱਤਿਆਗ੍ਰਹਿ ਹੋਇਆ ਸੀ ਤਾਂ ਇਹ ਆਨਸਰ ਹੋਊ। ਲੇਕਿਨ ਇੱਥੇ ਜਿਹੜਾ ਸਵਾਲ ਪੁੱਛਿਆ ਗਿਆ ਸੀ ਉਹ ਇਹ ਸੀ ਕਿ ਫਲੈਗ ਸੱਤਿਆਗ੍ਰਹਿ ਕਿੱਥੇ ਹੋਇਆ?
ਸੋ ਇਸ ਦਾ ਸਹੀ ਆਨਸਰ ਆਣਾ ਸੀ ਨਾਗਪੁਰ। ਦੈਨ ਨੈਕਸਟ ਇਜ਼ ਇਹਨਾਂ ਚੋਂ ਕਿਹੜਾ ਮਿਲਟਰੀ ਅਲਾਇੰਸ ਹੈ। ਦੇਖੋ ਮਿਲਟਰੀ ਅਲਾਇੰਸ ਆਸੀਅਨ ਨਹੀਂ ਹੈ, ਨਾਫਟਾ ਵੀ ਨਹੀਂ ਹੈ, EEC ਵੀ ਨਹੀਂ ਹੈ, ਇਹ ਹੈ ਨੈਟੋ। ਨੈਟੋ ਤੁਹਾਨੂੰ ਪਤਾ ਹੈ ਨਾਰਥ ਅਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਇਸ ਦੀ ਫੁੱਲ ਫਾਰਮ ਹੈ। ਸੋ ਇੱਕ ਮਿਲਟਰੀ ਅਲਾਇੰਸ ਹੈ, ਆਪਸ਼ਨ ਸੀ। ਸੋ ਅੱਗੇ ਚੱਲਦੇ ਹਾਂ। ਸੋ ਨੈਕਸਟ ਸਵਾਲ ਸੀ ਕਿ ਇਹਨਾਂ ਚੋਂ ਕਿਹੜਾ 에ਅਰਪੋਰਟ ਹੈ ਜਿਹੜਾ ਕੰਪਲੀਟਲੀ ਆਪਰੇਟ ਔਨ ਸੋਲਰ ਪਾਵਰ। ਸੋ ਇਸ ਦਾ ਸਹੀ ਆਨਸਰ ਹੈ ਕੋਚੀ 에ਅਰਪੋਰਟ, ਕੋਚੀਨ 에ਅਰਪੋਰਟ ਜਾਂ ਕੋਚੀ 에ਅਰਪੋਰਟ, ਆਪਸ਼ਨ ਏ। ਦੈਨ ਅਗਲਾ ਸਵਾਲ ਸੀ ਕਿ ਇਰਫਾਨ ਖਾਨ ਜਿਨ੍ਹਾਂ ਦੀ ਹਾਲ ਹੀ 2020 ਦੇ ਵਿੱਚ ਡੈਥ ਹੋਈ ਹੈ, ਉਹਨਾਂ ਨੂੰ ਨੈਸ਼ਨਲ ਅਵਾਰਡ ਕਿਹੜੀ ਫਿਲਮ ਲਈ ਮਿਲਿਆ ਸੀ। ਸੋ ਜਿਨ੍ਹਾਂ ਨੂੰ ਫਿਲਮ ਦੇਖਣ ਦਾ ਸ਼ੌਕੀਨ ਹੈ, ਇਰਫਾਨ ਖਾਨ ਦੇ ਫੈਨ ਨੇ, ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੀ ਸਭ ਤੋਂ ਉਮਦਾ ਫਿਲਮ ਜਿਹੜੀ ਸੀ ਉਹ ਪਾਨ ਸਿੰਘ ਤੋਮਰ ਸੀ, ਅਤੇ ਇਸੇ ਲਈ ਉਹਨਾਂ ਨੂੰ ਨੈਸ਼ਨਲ ਅਵਾਰਡ ਵੀ ਮਿਲਿਆ ਸੀ। ਦੈਨ ਅਗਲਾ ਸਵਾਲ ਵਿੰਟਰ ਓਲੰਪਿਕ ਗੇਮ 2022 ਕਿੱਥੇ ਹੋਣੀਆਂ ਨੇ। ਸੋ ਇਹ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਬੇਸਿਕਲੀ ਬੀਜਿੰਗ ਚਾਈਨਾ ਦੇ ਵਿੱਚ 2022 ਦੇ ਵਿੱਚ। ਅਗਲੇ ਬੇਸਿਕਲੀ ਇਹ ਹੋ ਗਏ 20 ਕਰੰਟ ਅਫੇਅਰ ਦੇ ਸਵਾਲ। ਦੈਨ ਨੈਕਸਟ ਸਵਾਲ ਆਇਆ ਸੀਗਾ ਕਿ ਇਹਨਾਂ ਜਿਹੜੀਆਂ ਨੰਬਰ ਸੀਰੀਜ਼ 'ਚੋਂ ਅਗਲਾ ਆਨਸਰ ਦੱਸੋ। ਇਸ ਦਾ ਆਨਸਰ ਜੋ ਸੀ A94 ਸੀ। ਇਹ ਬੇਸਿਕਲੀ ਜੋ ਹੈ ਡਬਲ ਡਿਜਿਟਸ ਘਟਦੇ ਜਾ ਰਹੇ ਨੇ, ਇੱਥੇ 44 ਘਟ ਰਿਹਾ, 33, 22 ਅਤੇ ਹੁਣ 11 ਘਟਾ ਕੇ 94 ਆਨਸਰ ਆਵੇਗਾ। ਦੈਨ ਨੈਕਸਟ 22ਵਾਂ ਸਵਾਲ, ਇਸ ਦਾ ਆਨਸਰ A ਹੈ ਕਿਉਂਕਿ ਇਹ ਇੱਕ ਛੱਡ ਦੇ ਤਾਂ A, B, ਇੱਕ ਛੱਡ ਕੇ C, D ਛੱਡ ਕੇ E। ਸੋ ਇੱਦਾਂ ਹੈ D ਛੱਡ ਕੇ E ਛੱਡ ਕੇ F। ਸੋ ਇੱਕ ਛੱਡ ਕੇ ਪਹਿਲਾ ਤੀਜੇ ਨਾਲ ਰਿਲੇਟਡ ਹੈ, ਸੋ ਇਹਦਾ ਆਨਸਰ E ਤੇ J ਆਉਂਦਾ ਹੈ, ਆਪਸ਼ਨ A। ਸੋ ਨੈਕਸਟ ਇਜ਼ ਬੇਸਿਕਲੀ ਕਿ ਇਹਨਾਂ ਵਿੱਚੋਂ ਕਿਹੜਾ ਕਰੈਕਟ ਅਲਟਰਨੇਟਿਵ ਹੈ। ਸੋ 3, 5, 9, 17, ਇਸ ਤੋਂ ਬਾਅਦ ਆਉਣਾ ਸੀ 33। 3 'ਚ ਪਹਿਲਾਂ 2 ਐਡ ਹੋਏ, 5, 5 'ਚ 4, ਉਸ ਤੋਂ ਬਾਅਦ 9 'ਚ 8, ਫਿਰ 8 ਦਾ ਦੁੱਗਣਾ 17 ਤੇ 16, 33। ਸੋ ਨੈਕਸਟ 24 ਇਸ ਦਾ ਜਿਹੜਾ ਸਵਾਲ ਸੀਗਾ ਕਿ ਕਰੈਕਟ ਰਿਲੇਸ਼ਨ ਦੱਸੋ ਮਾਊਂਟੇਨ ਹਿਲਸ ਟਰੀ 'ਚ ਕੀ। ਸੋ ਇਸ ਦਾ ਕਰੈਕਟ ਆਨਸਰ ਹੈ ਡੀ ਸ਼ਰਬ। ਦੇਖੋ ਹਿਲਸ ਛੋਟੀਆਂ ਹੁੰਦੀਆਂ ਨੇ, ਮਾਊਂਟੇਨ ਵੱਡੀਆਂ ਹੁੰਦੇ ਨੇ, ਇਸੇ ਤਰ੍ਹਾਂ ਟਰੀ ਬੇਸਿਕਲੀ ਵੱਡੇ ਹੁੰਦੇ, ਸ਼ਰਬ ਛੋਟੀਆਂ ਝਾੜੀਆਂ ਹੁੰਦੀਆਂ ਨੇ। ਸੋ ਇਹਦਾ ਆਨਸਰ ਡੀ ਸ਼ਰਬ ਬਣਦਾ ਹੈ। ਦੈਨ ਨੈਕਸਟ ਆਇਆ ਸੀਗਾ ਕਿ ਸਿਲੈਕਟ ਦ ਰਿਲੇਟਡ ਨੰਬਰ ਫਰੋਮ ਦ ਗਿਵਨ ਅਲਟਰਨੇਟਿਵਸ। ਸੋ ਇਹ ਜੋ ਸਵਾਲ ਹੈ ਇਸ ਦਾ ਆਨਸਰ ਬਣਦਾ ਹੈ ਆਨਸਰ ਆਪਸ਼ਨ C 290। ਸੋ ਨੈਕਸਟ ਚੱਲਦੇ ਹਾਂ। ਸੋ ਅਗਲਾ ਸਵਾਲ ਸੀ ਕਿ ਔਡ ਵਨ ਆਊਟ ਦੱਸੋ ਇਹਦੇ ਚੋਂ। ਸੋ ਇਹਨਾਂ 'ਚ ਦੇਖੋ ਵੋਲਿਊਮ, ਸਾਈਜ਼, ਲਾਰਜ, ਕਿਸੇ ਪਰਟੀਕੂਲਰਲੀ ਡਾਇਮੈਂਸ਼ਨਸ ਨੇ ਇਹ, ਅਤੇ ਸ਼ੇਪ ਡਾਇਮੈਂਸ਼ਨ ਨਹੀਂ ਹੈ, ਤਾਂ ਇਸ ਦਾ ਆਨਸਰ ਸ਼ੇਪ ਹੈ, ਆਪਸ਼ਨ ਡੀ। ਦੈਨ 27ਵਾਂ ਸਵਾਲ, ਇਸ ਦਾ ਆਪਸ਼ਨ ਜੋ ਹੈ ਆਨਸਰ ਡੀ ਸੀ, ERIRNY। ਨੈਕਸਟ 28, ਇਹ ਬੜਾ ਆਸਾਨ ਸੀਗਾ, ਸਿੰਪਲੀ ਕੋਡ ਦੇਖ ਲੈਣਾ ਸੀ ਕਿ ਕਿਹੜੇ ਅੱਖਰ ਨੂੰ ਕਿਹੜਾ ਕੋਡ ਦਿੱਤਾ ਗਿਆ। ਇਸ ਦਾ ਆਨਸਰ ਬਣਦਾ ਹੈ ਆਪਸ਼ਨ C 189532। ਦੈਨ ਨੈਕਸਟ 29ਵਾਂ ਸਵਾਲ ਬਲੱਡ ਰਿਲੇਸ਼ਨ 'ਤੇ ਕਿ ਹਾਊ ਇਜ਼ ਕੇਤਨ ਮਦਰ ਰਿਲੇਟਡ ਟੂ ਨਮਰਤਾ। ਸੋ ਇਸ ਦਾ ਸਹੀ ਆਨਸਰ ਸੀ ਭਰਜਾਈ, ਸਿਸਟਰ ਇਨ ਲਾਅ, ਆਪਸ਼ਨ ਡੀ। ਦੈਨ 30th ਸਵਾਲ ਇਹ ਵੀ ਬਹੁਤ ਆਸਾਨ ਸੀ, ਡਾਇਰੈਕਸ਼ਨ ਦਾ ਸਵਾਲ ਸੀ, ਆਨਸਰ ਬਣਦਾ ਹੈ ਆਪਸ਼ਨ C ਸਾਊਥ ਈਸਟ। ਦੈਨ ਨੈਕਸਟ 31, ਇਹ ਸਵਾਲ ਕਾਫੀ ਬੱਚਿਆਂ ਦਾ ਮਿਕਸ ਹੋਇਆ, ਕਾਫੀ ਅਲੱਗ-ਅਲੱਗ ਤਰ੍ਹਾਂ ਦੇ ਆਨਸਰ ਦੇਖਣ ਨੂੰ ਮਿਲੇ ਹਨ, ਲੇਕਿਨ ਇਸ ਦਾ ਸਹੀ ਜਵਾਬ ਜੋ ਹੈ ਉਹ A ਹੈ, A। ਸੋ ਨੈਕਸਟ ਅੱਗੇ ਚੱਲਦੇ ਹਾਂ। A number is greater than 3 but less than 8. Also it is greater than 6 but less than 7. ਬੜਾ ਆਸਾਨ ਸਵਾਲ ਸੀ, ਆਨਸਰ ਬਣਦਾ ਹੈ ਆਪਸ਼ਨ C that is 7. ਦੈਨ ਰੋ ਵਾਲਾ ਸਵਾਲ ਸੀ ਵੀ ਦੱਸੋ ਆ ਕਿੰਨਵੀਂ ਪੋਜੀਸ਼ਨ 'ਤੇ ਹੈ। ਇਸ ਦਾ ਸਹੀ ਆਨਸਰ ਬਣਦਾ ਸੀ ਆਪਸ਼ਨ B 7th। ਅੱਗੇ ਚੱਲਦੇ ਹਾਂ। ਸੋ if 30 ਜਨਵਰੀ 2003 was Thursday, what was the day on 2 March 2003? ਬੜਾ ਆਸਾਨ ਸੀ, ਇਹ ਵੀ ਕਰਨਾ ਕੋਈ ਜ਼ਿਆਦਾ ਮੁਸ਼ਕਿਲ ਨਹੀਂ ਸੀ। ਸਹੀ ਆਨਸਰ ਬਣਦਾ ਹੈ D ਸੰਡੇ। Then next 35ਵਾਂ ਸਵਾਲ, a student got twice as many as sums as he got right. If he attempted 48 sums in all, how many did he solve correctly? So ਇਸ ਦਾ ਸਹੀ ਆਨਸਰ ਬਣਦਾ ਸੀ ਆਪਸ਼ਨ B that is 16. Then 36ਵਾਂ ਸਵਾਲ, ਕਿਹੜਾ ਨੰਬਰ ਡਿਵਿਜ਼ੀਬਲ ਹੈ 11 ਤੋਂ ਤੇ ਆਸਾਨੀ ਨਾਲ ਕੱਢਿਆ ਜਾ ਸਕਦਾ ਸੀ। ਇਸ ਦਾ ਆਨਸਰ ਬਣਦਾ ਹੈ ਆਪਸ਼ਨ B 48327118। ਦੈਨ 37ਵਾਂ ਸਵਾਲ, ਗ੍ਰੇਟੈਸਟ ਪੋਸੀਬਲ ਲੈਂਥ ਪੁੱਛੀ ਗਈ ਸੀ। ਇਸ ਦਾ ਆਨਸਰ ਬਣਦਾ ਹੈ ਆਪਸ਼ਨ C that is 35 ਸੈਂਟੀਮੀਟਰ। ਦੈਨ 38 ਤੇ 39ਵੇਂ ਜੋ ਬੇਸਿਕਲੀ ਹੈ ਨੂਮੈਰੀਕਲ ਸੋਲਵ ਕਰਨੇ ਸੀਗੇ। ਸੋ ਆਪਸ਼ਨ ਜਿਹੜੀ 38ਵਾਂ ਦਾ ਹੈ ਉਹਦਾ ਆਨਸਰ ਸੀ ਆਪਸ਼ਨ D that is 4, ਅਤੇ 39ਵੇਂ ਦਾ ਆਨਸਰ ਸੀ ਆਪਸ਼ਨ C that is 0.30। ਦੈਨ 40th ਸਵਾਲ ਇਹ ਵੀ ਆਸਾਨ ਸੀ, ਆਪਸ਼ਨ ਰਾਹੀਂ ਕੱਢਿਆ ਜਾ ਸਕਦਾ ਸੀ ਕਿ 1/5 ਆਫ ਏ ਨੰਬਰ ਇਜ਼ ਇਕੁਅਲ ਟੂ 5/8 ਆਫ ਦਾ ਨੰਬਰ, ਤਾਂ ਦੂਜਾ ਨੰਬਰ ਪਤਾ ਕਰਨਾ ਸੀ। ਇਸ ਦਾ ਸਹੀ ਆਨਸਰ ਜੋ ਬਣਦਾ ਹੈ ਉਹ ਹੈ ਆਪਸ਼ਨ B that is 40। ਦੈਨ 41 ਇਹ ਵੀ ਬਹੁਤ ਆਸਾਨ ਸਵਾਲ, ਏਜ ਪੁੱਛੀ ਗਈ ਸੀ, ਆਨਸਰ ਬਣਦਾ ਹੈ A 39। ਦੈਨ 42 ਇਹ ਵੀ ਬਹੁਤ ਆਸਾਨ ਸਵਾਲ ਸੀ, 66 ਮਾਰਕਸ ਬਣਨਗੇ, ਆਪਸ਼ਨ C ਇਜ਼ ਦਾ ਰਾਈਟ ਆਨਸਰ।
ਅੱਗੇ ਚੱਲਦੇ ਹਾਂ। ਸੋ ਫਰੈਸ਼ ਗ੍ਰੇਪਸ ਦਾ ਜੋ ਬੇਸਿਕਲੀ weight ਪੁੱਛਿਆ ਗਿਆ ਸੀ, ਇਸ ਦਾ ਸਹੀ ਆਨਸਰ ਬਣਦਾ ਹੈ ਆਪਸ਼ਨ ਸੀ 1125। ਦੈਨ ਐਪਲਸ ਨਾਲ ਰਿਲੇਟਡ ਸਵਾਲ ਸੀ ਨੈਟ ਪ੍ਰੋਫਿਟ ਲਾਸ ਦਾ, ਸੋ ਇਸ ਦਾ ਸਹੀ ਆਨਸਰ ਬਣਦਾ ਸੀ ਆਪਸ਼ਨ ਏ, ਦੈਟ ਇਜ਼ 90। ਦੈਨ ਸਕੂਟਰ ਜੋ ਹੈ ਸੋਹਨ ਨੇ ਖਰੀਦਿਆ, ਠੀਕ ਹੈ, ਇਸ ਦੇ ਨਾਲ ਪ੍ਰੋਫਿਟ ਲਾਸ ਦਾ ਸਵਾਲ ਸੀ ਇਹ ਵੀ, ਇਸ ਦਾ ਸਹੀ ਆਨਸਰ ਬਣਦਾ ਸੀ ਆਪਸ਼ਨ ਸੀ, ਦੈਟ ਇਜ਼ 500। ਦੈਨ 46 ਦਾ ਸਹੀ ਆਨਸਰ ਬਣਦਾ ਸੀ 3:4 ਇਕੁਏਸ਼ਨ ਸੋਲਵ ਕਰੇ ਤੇ। ਸੋ 47ਵਾਂ ਇਸ ਦਾ ਸਹੀ ਆਨਸਰ ਬਣਦਾ ਸੀ ਆਪਸ਼ਨ ਬੀ, ਦੈਟ ਇਜ਼ 9:8। ਦੈਨ ਵਰਕ ਨਾਲ ਰਿਲੇਟਡ ਦੋ ਸਵਾਲ ਸੀ। 48ਵੇਂ ਦਾ ਆਨਸਰ ਪਹਿਲਾ 4 ਡੇਜ਼ ਬਣਦਾ ਸੀ ਅਤੇ 49ਵੇਂ ਦਾ ਆਨਸਰ ਜੋ ਹੈ ਉਹ ਬੇਸਿਕਲੀ ਆਪਸ਼ਨ ਸੀ 15 ਦਿਨ ਬਣਦਾ। ਦੈਨ 50th ਸਵਾਲ ਇਹ ਵੀ ਆਸਾਨ ਹੈ, ਇਹਦਾ ਸਹੀ ਆਨਸਰ ਬਣਦਾ ਸੀ ਏ, ਦੈਟ ਇਜ਼ 30। ਨੈਕਸਟ ਚੱਲਦੇ ਹਾਂ। ਸੋ 51ਵੇਂ ਦਾ ਜੋ ਆਨਸਰ ਜੋ ਬਣਦਾ ਸੀ ਉਹ ਹੈ ਆਪਸ਼ਨ ਏ, ਆਫਟਰ 2 hours 6 ਕਿਲੋਮੀਟਰ ਫਰੋਮ ਸਟੇਸ਼ਨ ਏ। ਦੈਨ 52 ਦਾ ਬੇਸਿਕਲੀ ਟ੍ਰੇਨ ਨਾਲ ਰਿਲੇਟਡ ਸਵਾਲ ਸੀ। 53 ਵੀ 52 ਦਾ ਸਹੀ ਆਨਸਰ ਬਣਦਾ ਸੀ ਸੀ 250 ਮੀਟਰ ਅਤੇ 53 ਦਾ ਜੋ ਸਹੀ ਆਨਸਰ ਬਣਦਾ ਸੀ ਉਹ ਡੀ 64 ਸੈਕਿੰਡਸ। ਦੈਨ 54 ਰਕਮ ਪੁੱਛੀ ਗਈ ਸੀ, ਸੋ ਇਸ ਦਾ ਸਹੀ ਆਨਸਰ ਬਣਦਾ ਹੈ ਏ, ਦੈਟ ਇਜ਼ 1/2 ਟਾਈਮਸ, 1.5 ਗੁਣਾ। ਦੈਨ 55 ਇਹ ਵੀ ਰੇਸ਼ੀਓ ਆਫ ਇਨਵੈਸਟਮੈਂਟ ਨੂੰ ਲੈ ਕੇ ਸੀ, ਇਸ ਦਾ ਜੋ ਸਹੀ ਆਨਸਰ ਬਣਦਾ ਹੈ ਦੈਟ ਇਜ਼ 6:3:2। ਦੈਨ 56ਵਾਂ ਇਹ ਬੇਸਿਕਲੀ ਕੰਪਾਊਂਡ ਇੰਟਰਸਟ ਸਿੰਪਲ ਇੰਟਰਸਟ ਦੇ ਦੋ ਸਵਾਲ ਸੀ। 56 ਦਾ ਆਨਸਰ ਬਣਦਾ ਸੀ ਆਪਸ਼ਨ ਬੀ, ਦੈਟ ਇਜ਼ 3560 ਰੁਪਏ। ਥੋੜੀ ਕੈਲਕੂਲੇਸ਼ਨਾਂ ਸੀਗੀਆਂ, ਇਨ ਡੈਪਥ ਸੀਗੀਆਂ, ਛੇਤੀ ਕਰਨ ਦੀ ਲੋੜ ਸੀ, ਟਾਈਮ ਕਾਫੀ ਕੰਜ਼ਿਊਮ ਹੋਇਆ ਇਹਨਾਂ ਕੈਲਕੂਲੇਸ਼ਨਾਂ ਦੇ ਵਿੱਚ। ਦੈਨ 57 ਦਾ ਵੀ ਸਿੰਪਲ ਇੰਟਰਸਟ ਕੰਪਾਊਂਡ ਇੰਟਰਸਟ ਦਾ ਸਵਾਲ ਹੈ, ਇਸ ਦਾ ਆਨਸਰ ਬਣਦਾ ਸੀ ਆਪਸ਼ਨ ਬੀ, ਦੈਟ ਇਜ਼ 234 ਰੁਪਏ ਤੇ 375 ਪੈਸੇ। ਸੋ 58 ਸਵਾਲ ਅਗੇਨ ਦਿਨ ਕਿਸ ਦਿਨ ਪੈਂਦਾ ਹੈ, ਸੋ ਇਹਦਾ ਆਨਸਰ ਬਣਦਾ ਸੀ ਏ, ਸੰਡੇ। ਦੈਨ ਅਪ੍ਰੈਲ 2001 ਨੂੰ ਬੁੱਧਵਾਰ ਕਿੰਨੀ ਤਰੀਕਾਂ ਨੂੰ ਪਿਆ, ਸੋ ਇਹਦਾ ਆਨਸਰ ਬਣਦਾ ਸੀ ਆਪਸ਼ਨ ਡੀ, 4, 11, 18 ਤੇ 25। ਦੈਨ ਐਂਗਲ ਦਾ ਸਵਾਲ ਸੀ, ਬਿਲਕੁਲ ਆਸਾਨ ਸੀ, 4:20 ਤੇ ਕਿੰਨਾ ਐਂਗਲ ਹੋਏਗਾ ਮਿੰਟ ਹੈਂਡ ਤੇ ਆਵਰ ਹੈਂਡ ਦੇ ਵਿੱਚ, ਸੋ ਇਸ ਦਾ ਸਹੀ ਆਨਸਰ ਸੀ 10 ਡਿਗਰੀ। ਦੈਨ ਇਹ ਬੜਾ ਬੇਸਿਕ ਸਵਾਲ ਹੈ, ਪਹਿਲਾਂ ਵੀ ਕਾਫੀ ਵਾਰੀ ਆ ਚੁੱਕਿਆ ਕਾਫੀ ਐਗਜ਼ਾਮ ਦੇ ਵਿੱਚ, ਕਿ ਕਿੰਨੀ ਵਾਰੀ ਜੋ ਕਲੌਕਸ ਦੀਆਂ ਘੜੀਆਂ ਨੇ ਆਪਸ 'ਚ ਕੋਇਨਸਾਈਡ ਹੁੰਦੀਆਂ ਨੇ 24 ਘੰਟੇ ਦੇ ਵਿੱਚ। ਦਿਨ ਵਿੱਚ ਪੁੱਛਿਆ ਤਾਂ ਮਤਲਬ 24 ਆਵਰਸ, ਸੋ ਇਸ ਦਾ ਸਹੀ ਆਨਸਰ ਹੈ 22। ਜੇ ਪੁੱਛਿਆ ਹੁੰਦਾ 12 ਘੰਟਿਆਂ ਤਾਂ ਆਨਸਰ ਹੋਣਾ ਸੀ 11। ਸੋ ਨੈਕਸਟ ਬੇਸਿਕਲੀ ਜੋ ਸੀਗੇ ਮੈਂਸੂਰੇਸ਼ਨ ਦੇ ਸਵਾਲ ਸੀ, ਇਹਨਾਂ ਦੇ ਆਨਸਰ ਦੱਸ ਦਿੰਦਾ। 62 ਰੈਕਟੈਂਗੂਲਰ ਪਾਰਕ ਨਾਲ ਰਿਲੇਟਡ ਸੀ, ਇਸ ਦਾ ਸਹੀ ਆਨਸਰ ਸੀ ਆਪਸ਼ਨ ਬੀ, 153,600। ਦੈਨ ਗਾਰਡਨ ਕੁਐਸਚਨ 63, ਇਸ ਦਾ ਸਹੀ ਆਨਸਰ ਸੀ 2000, ਆਪਸ਼ਨ ਸੀ। ਦੈਨ ਫਿਰ ਇੱਕ ਰੈਕਟੈਂਗੂਲਰ ਹਾਲ ਕੇ ਬਾਰੇ ਸਵਾਲ ਸੀ, ਇਸ ਦਾ ਸਹੀ ਆਨਸਰ ਸੀ ਆਪਸ਼ਨ ਸੀ, ਦੈਟ ਇਜ਼ 50 ਮੀਟਰ ਐਂਡ 30 ਮੀਟਰ। ਉਸ ਤੋਂ ਬਾਅਦ ਪਲਾਟ ਆਫ ਲੈਂਡ ਇਹ 'ਚ ਡੈਪਥ ਆਫ ਡਰੇਨਲੈਟ ਪੁੱਛਿਆ ਸੀ, ਤਾਂ ਇਸ ਦਾ ਸਹੀ ਆਨਸਰ ਸੀ 1.227 ਮੀਟਰ, ਦੈਟ ਇਜ਼ ਆਪਸ਼ਨ ਸੀ। ਦੈਨ 66 ਸਵਾਲ ਇਹਦੇ 'ਚ ਗਲਤੀ ਪੁੱਛੀ ਗਈ ਸੀ, ਸੋ ਐਰਰ ਇੱਥੇ ਸੀਗੀ ਪਹਿਲੀ ਹੀ ਸਟੇਟਮੈਂਟ ਦੇ ਵਿੱਚ ਕਿ ਫॉर ਹਰ ਸੇਕ ਐਜ਼ ਵੈਲ ਐਜ਼ ਫॉर ਮੋਹਨ, ਇਹ ਜੋ ਹੈ ਬੇਸਿਕਲੀ ਨਹੀਂ ਸਹੀ ਹੈ ਪਾਰਟ, ਸੋ ਇਹਦੀ ਆਪਸ਼ਨ ਏ ਬਣਦੀ ਹੈ। ਦੈਨ 67 ਐਕਸੈਪਸ਼ਨ ਦੇ ਨਾਲ ਹਮੇਸ਼ਾ ਟੂ ਯੂਜ਼ ਹੁੰਦਾ ਹੈ, ਸੋ ਰਾਈਟ ਆਨਸਰ ਇਜ਼ ਆਪਸ਼ਨ ਏ, ਦੈਟ ਇਜ਼ 2। ਦੈਨ 68 ਹੈਡ ਔਰ ਟੇਲ ਆਫ ਇਟ ਇਸ ਦਾ ਮੀਨਿੰਗ ਦੱਸਣਾ ਸੀ, ਸੋ ਇਸ ਦਾ ਮੀਨਿੰਗ ਹੈ ਅੰਡਰਸਟੈਂਡ ਇਟ, ਸਮਝਣਾ। 69 ਇਸ ਦਾ ਜੋ ਹੈ ਆਪਸ਼ਨ ਏ ਆਨਸਰ ਹੈ, ਦ ਵਿਲੇਜਰਸ ਵਰ ਇੰਜੋਇੰਗ ਵਿੰਟਰ ਈਵਨਿੰਗ ਅਰਾਊਂਡ ਦਾ ਫਾਇਰ। ਆਪਸ਼ਨ 70 ਇਸ ਦਾ ਆਨਸਰ ਹੈ ਆਪਸ਼ਨ ਬੀ, ਦ ਫਿਲਮ ਵਾਜ਼ ਬਿਗਨਿੰਗ, ਇਸ ਦਾ ਹੈਗਾ ਹੋਣਾ ਸੀ ਫਿਲਮ ਹੈਡ ਬਿਗਨ, ਕਿ ਜਦੋਂ ਅਸੀਂ ਲਾਈਨ 'ਚ ਖੜ੍ਹੇ ਸੀ, ਜਿੰਨੀ ਦੇਰ ਅਸੀਂ ਲਾਈਨ 'ਚ ਖੜ੍ਹੇ ਸੀ ਉਨੀ ਦੇਰ 'ਚ ਤਾਂ ਫਿਲਮ ਵੀ ਸ਼ੁਰੂ ਹੋ ਗਈ ਸੀ। ਦੈਨ 71 ਦਾ ਕੰਸਾਈਨਸ ਤੁਹਾਨੂੰ ਅੰਦਰੋਂ ਦੱਸਦਾ ਕਿ ਕੀ ਸਹੀ ਹੈ ਕੀ ਗਲਤ ਹੈ। ਕਈ ਵਾਰੀ ਅਸੀਂ ਕਿਸੇ ਪ੍ਰੋਬਲਮ 'ਚ ਹੁੰਦੇ ਹਾਂ ਕਿ ਯਾਰ ਅਸੀਂ ਸਹੀ ਰਾਹ 'ਤੇ ਹਾਂ ਗਲਤ ਰਾਹ 'ਤੇ ਹਾਂ, ਤਾਂ ਉਹ ਦੱਸਣ ਵਾਲੀ ਜਿਹੜਾ ਵਰਡ ਹੈ ਉਹ ਬੇਸਿਕਲੀ ਕੰਸਾਈਨਸ ਕਿਹਾ ਜਾਂਦਾ। ਦੈਨ ਟੇਸਿਟ ਵਰਡ ਦਾ ਮੀਨਿੰਗ ਪੁੱਛਿਆ ਗਿਆ, ਟੇਸਿਟ ਵਰਡ ਦਾ ਇੱਥੇ ਮੀਨਿੰਗ ਸੀ ਅਨਸਪੋਕਨ, ਬਿਨਾਂ ਬੋਲੇ। ਨੈਕਸਟ 73 ਚਿਵੈਲਰਸ ਦਾ ਮੀਨਿੰਗ ਪੁੱਛਿਆ ਗਿਆ ਸੀ, ਇਸ ਦਾ ਸਹੀ ਆਨਸਰ ਸੀ ਅਪੋਜ਼ਿਟ ਪੁੱਛਿਆ ਗਿਆ ਸੀ, ਇਸ ਦਾ ਸਹੀ ਆਨਸਰ ਸੀ ਡਿਫਾਇੰਟ। ਦੈਨ 74 ਮਿਸਪੈਲਡ ਵਰਡ ਪੁੱਛਿਆ ਗਿਆ ਸੀ, ਇਹ ਵੀ ਬਹੁਤ ਆਸਾਨ ਸੀ, ਆਪਸ਼ਨ ਸੀ ਐਂਟੀਸਿਪੇਟਡ, PE ਦੀ ਜਗ੍ਹਾ PA ਆਉਣਾ ਸੀ। ਦੈਨ ਮੀਨਿੰਗਫੁਲ ਸੈਂਟੈਂਸ ਪੁੱਛਿਆ ਗਿਆ ਸੀ, ਇਹ ਵੀ ਬਹੁਤ ਆਸਾਨ ਸੀ, ਆਪਸ਼ਨ ਸੀ RQSP। ਅੱਗੇ ਚੱਲਦੇ ਹਾਂ ਪੰਜਾਬੀ ਦੇ ਸਵਾਲਾਂ 'ਤੇ। ਸੋ 76ਵਾਂ ਸਵਾਲ ਚਾਨਣ ਦਾ ਸਮਾਨਾਰਥਕ ਸ਼ਬਦ, ਇਹ ਦੇਖੋ ਇਹ ਬਹੁਤ ਹੀ ਆਸਾਨ ਹੈ, ਠੀਕ ਹੈ, ਇਸ ਦਾ ਸੀ ਰੋਸ਼ਨੀ, ਤੁਹਾਨੂੰ ਪਤਾ ਹੀ ਹੈ ਸਭ ਨੂੰ, ਇਹ ਕੋਈ ਮੁਸ਼ਕਿਲ ਨਹੀਂ ਹੈ।
ਦੈਨ ਸੁਚੱਜਾ ਸ਼ਬਦ ਦਾ ਵਿਰੋਧੀ ਸ਼ਬਦ ਪੁੱਛਿਆ ਸੀ, ਐਂਟੋਨਿਮ। ਸੋ ਇਹ ਕੁਚੱਜਾ ਹੋਣਾ ਸੀ, ਤੁਹਾਨੂੰ ਪਤਾ ਹੀ ਹੈ। ਦੈਨ ਜਿੱਥੇ ਸਿੱਕੇ ਕਢੇ ਜਾਂਦੇ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਟਕਸਾਲ। ਟਕਸਾਲ ਤੁਸੀਂ ਸੁਣੀ ਹੋਣੀ ਹੈ, ਸਿੱਕੇ ਦੀ ਟਕਸਾਲ। ਦੈਨ 79th ਕੁਐਸਚਨ ਬੇਸਿਕਲੀ ਇਸ ਨੂੰ ਲੈ ਕੇ ਥੋੜ੍ਹਾ ਡਿਸਪਿਊਟ ਵੀ ਹੈ ਕਿ ਫੋਕੀਆਂ ਟੌਰਾਂ ਮਾਰਨੀਆਂ, ਇਸ ਦਾ ਅਰਥ ਕੀ ਹੈ? ਤਾਂ ਇਸ ਨੂੰ ਲੈ ਕੇ ਡਿਸਪਿਊਟ ਇਹ ਹੈ ਕਿ ਕਈ ਝੋਲੀ ਚੁੱਕ ਕਹਿ ਰਹੇ ਨੇ, ਕਈਆਂ ਦਾ ਮੰਨਣਾ ਹੈ ਝੂਠਿਆਂ ਦਾ ਗੁਰੂ ਹੈ। ਦੇਖੋ, ਫੋਕੀਆਂ ਟੌਰਾਂ ਮਾਰਨੀਆਂ ਮਤਲਬ ਐਵੇਂ ਝੂਠ ਮੂਠ ਬੋਲਣਾ ਹੈ ਨਾ, ਕਿ ਮੈਂ ਇੱਦਾਂ ਕਰ ਦੂੰਗਾ, ਮੈਂ ਉੱਦਾਂ ਕਰ ਦੂੰਗਾ। ਜਾਂ ਕਈ ਤੁਹਾਨੂੰ ਪਤਾ ਕਈ ਇੰਸਟੀਚਿਊਟ ਕਹਿੰਦੇ ਨੇ ਅਸੀਂ ਜੀ ਤੁਹਾਨੂੰ ਪਾਸ ਕਰਾ ਦਾਂਗੇ, ਤੁਹਾਨੂੰ IAS ਬਣਾ ਦਾਂਗੇ, ਤੁਹਾਨੂੰ ਇਹ ਕਰ ਦਾਂਗੇ। ਸੋ ਇਹ ਜਿਹੜਾ ਵਰਡ ਹੈ ਇਹ ਹੁਣ ਜ਼ੁਬਾਨੀ ਜਮ੍ਹਾਂ ਖਰਚ ਕਰਨੀ ਹੈ ਕਿ ਝੂਠਿਆਂ ਦਾ ਗੁਰੂ ਹੈ, ਇਹ ਬੇਸਿਕਲੀ ਓਬਜੈਕਸ਼ਨ ਰੇਜ਼ ਹੋਣਗੀਆਂ ਸ਼ਾਇਦ ਇਸ ਸਵਾਲ ਉੱਤੇ। ਦੈਨ ਨੈਕਸਟ ਸਮਾਨਾਰਥਕ ਪੁੱਛਿਆ ਗਿਆ ਸੀ। ਸੋ ਕਹਿਰ, ਜ਼ੁਲਮ ਅਤੇ ਜ਼ਬਰ ਇੱਕੋ ਸਮਾਨਾਰਥਕ ਨੇ ਅਤੇ ਨਿਆਂ ਇਹਦੇ 'ਚ ਬਿਲਕੁਲ ਅਲੱਗ ਹੈ। ਸੋ ਇਹਦਾ ਆਨਸਰ ਹੋਣਾ ਸੀ ਆਪਸ਼ਨ ਏ, ਨਿਆਂ। ਹੇਠ ਲਿਖੇ ਵਾਕਾਂ 'ਚੋਂ ਗਲਤ ਵਾਕ ਦੱਸੋ। ਸੋ ਇਹਦੇ 'ਚੋਂ ਪਹਿਲੇ A, B ਅਤੇ D ਸਹੀ ਸੀ, C ਗਲਤ ਸੀ, ਕਿਉਂਕਿ ਊਠ ਅਤੇ ਗਊਆਂ ਵਿਕ ਗਏ ਨਹੀਂ, ਵਿਕ ਗਈਆਂ ਹੋਣਾ ਸੀ। ਦੈਨ ਉਂਗਲ ਕਰਨੀ ਤੁਹਾਨੂੰ ਪਤਾ ਹੀ ਹੈ, ਦੋਸ਼ ਲਾਉਣਾ। ਸਹੀ ਆਨਸਰ ਆਪਸ਼ਨ ਏ। ਦੈਨ ਪੁਰਖਵਾਚੀ ਪੜ੍ਹਨਾਂਵ ਪੁੱਛਿਆ ਗਿਆ ਸੀ। ਸੋ ਇਹਦਾ ਸਹੀ ਆਨਸਰ ਹੋਣਾ ਸੀ ਆਪਸ਼ਨ ਸੀ, ਕੋਈ। ਦੈਨ ਨੈਕਸਟ 84th ਮੁੱਖ ਕਿਰਿਆ ਦੇ ਕਾਲਬੋਧਕ ਅੰਸ਼ ਨੂੰ ਪੁੱਛਿਆ ਗਿਆ ਸੀ, ਕੀ ਕਹਿੰਦੇ ਨੇ? ਸੋ ਇਹਦਾ ਆਨਸਰ ਆਉਣਾ ਸੀ ਆਪਸ਼ਨ B, ਦੈਟ ਇਜ਼ ਸਹਾਇਕ ਕਿਰਿਆ। ਦੈਨ 85ਵਾਂ ਸਵਾਲ ਪੁੱਛਿਆ ਗਿਆ ਸੀ ਕਿ ਸ਼ਬਦ ਜੋੜਾਂ ਪੱਖੋਂ ਕਿਹੜਾ ਸਮੂਹ ਸਹੀ ਹੈ? ਸੋ ਇਸਦਾ ਸਹੀ ਆਨਸਰ ਆਉਣਾ ਸੀ A, 84, ਦੁਪਹਿਰ, ਚੁਗਿਰਦਾ। ਇਹ ਬਿਲਕੁਲ ਸਹੀ ਫਾਰਮ ਹੈ। ਦੈਨ 86th ਇਸ ਦਾ ਜੋ ਹੈ ਬੇਸਿਕਲੀ ਸਾਰੀਆਂ ਲੌਜੀਕਲ ਅਤੇ ਮੈਥਮੈਟੀਕਲ ਕੈਲਕੂਲੇਸ਼ਨ CPU ਕਰਦਾ ਹੈ। ਇਹਦਾ ਆਨਸਰ ਆਉਣਾ ਸੀ ਆਪਸ਼ਨ ਸੀ, CPU। ਦੈਨ ਇਹਨਾਂ 'ਚੋਂ ਕਿਹੜਾ ਜਿਹੜਾ ਕੰਮ ਹੈ ਉਹ ਡਾਟਾ ਪ੍ਰੋਸੈਸਿੰਗ ਫੰਕਸ਼ਨ ਆਫ ਏ ਕੰਪਿਊਟਰ ਨਹੀਂ ਹੈ? ਸੋ ਇਸ ਨੂੰ ਵੀ ਲੈ ਕੇ ਕਈ ਓਪੀਨੀਅਨ ਹੈ, ਕੋਈ ਸਟੋਰਿੰਗ ਦੀ ਗੱਲ ਕਰ ਰਿਹਾ, ਕੋਈ ਐਨਾਲਾਈਜ਼ਿੰਗ ਦੀ ਕਰ ਰਿਹਾ, ਕੋਈ ਗੈਦਰਿੰਗ ਡਾਟਾ ਦੀ ਕਰ ਰਿਹਾ। ਸੋ ਇਸ ਦਾ ਜੋ ਹੈ ਮੈਂ ਤੁਹਾਨੂੰ 100% ਸਹੀ ਤਾਂ ਨਹੀਂ ਦੱਸ ਸਕਦਾ। ਸੋ ਲੇਕਿਨ ਆਪਸ਼ਨ ਸੀ ਮੇਰੇ ਅਕੋਰਡਿੰਗ ਇਸ ਦਾ ਆਨਸਰ ਹੋਣਾ ਚਾਹੀਦਾ ਹੈ। ਦੈਨ ਡਿਲੀਟ ਕੀ ਕਾਹਦੇ ਲਈ ਯੂਜ਼ ਹੁੰਦੀ ਹੈ? ਰਾਈਟ ਸਾਈਡ ਦੇ ਕੈਰੈਕਟਰਸ ਨੂੰ ਡਿਲੀਟ ਕਰਨ ਲਈ। ਅੱਗੇ ਚੱਲਦੇ ਹਾਂ। ਸੋ 89 ਸਵਾਲ, ਈਮੇਲ ਅਕਾਊਂਟ ਇੰਕਲੂਡਿੰਗ ਇਹ ਸਟੋਰੇਜ ਏਰੀਆ, ਇਹਨੂੰ ਕੀ ਕਿਹਾ ਜਾਂਦਾ? ਬੇਸਿਕਲੀ ਮੇਲ ਬਾਕਸ, ਤੁਹਾਡਾ ਮੇਲ ਬਾਕਸ। ਲਾਈਨ ਬ੍ਰੇਕ ਕਾਹਦੇ ਨਾਲ ਹੁੰਦੀ ਹੈ? ਇਨਸਰਟ, ਸ਼ਿਫਟ ਅਤੇ ਐਂਟਰ ਦੇ ਨਾਲ। ਮੂਵਮੈਂਟ ਆਫ ਸਿਗਨਲ ਬਿਟਵੀਨ CPU ਐਂਡ ਇਨਪੁਟ ਆਊਟਪੁੱਟ ਇਹ ਕੰਟਰੋਲ ਕੀਤਾ ਜਾਂਦਾ ਬਾਏ ਕੰਟਰੋਲ ਯੂਨਿਟ। ਤੁਹਾਡੀ ਸਮਾਰਟ ਵਾਚ, ਡਿਜੀਟਲ ਵਾਚ ਦੇ ਵਿੱਚ ਕਿਸ ਤਰ੍ਹਾਂ ਦਾ ਕੰਪਿਊਟਰ ਹੁੰਦਾ ਹੈ? ਐਮਬੈਡਡ ਕੰਪਿਊਟਰ, ਆਪਸ਼ਨ ਸੀ। ਦੈਨ ਮੈਮਰੀ ਪੈਨ ਡਰਾਈਵ ਕਿਸ ਤਰ੍ਹਾਂ ਦੀ ਹੈ? ਫਲੈਸ਼ ਮੈਮਰੀ ਕਿਹਾ ਜਾਂਦਾ ਇਸ ਨੂੰ। ਦੈਨ ਇੰਟਰਨੈਟ 'ਤੇ ਕੁਛ ਅਪਲੋਡ ਕਰਨਾ, ਕੁਛ ਡਾਟਾ ਇਨਫੋਰਮੇਸ਼ਨ ਟ੍ਰਾਂਸਫਰ ਕਰਨੀ, ਉਸਨੂੰ ਕੀ ਕਹਿੰਦੇ ਆ? ਅਪਲੋਡਿੰਗ। ਦੈਨ ਡਾਕਟਰ ਸੋਲੋਮਨ ਅਤੇ ਮੈਕੈਫੀ ਤੋਂ ਹੀ ਕਲੀਅਰ ਹੋ ਜਾਂਦਾ, ਐਂਟੀਵਾਇਰਸ ਹੈ, ਆਪਸ਼ਨ ਡੀ। ਮਲਟੀਮੀਡੀਆ ਸਟਿਮੂਲੇਟ, ਮਲਟੀਮੀਡੀਆ ਕਿਸ ਚੀਜ਼ ਨੂੰ ਸਟਿਮੂਲੇਟ ਕਰਦਾ? ਦੇਖੋ, ਸਾਡੀ ਦੇਖਣ ਨੂੰ, ਸਾਡੇ ਕੰਨਾਂ ਨੂੰ, ਸਾਡੇ ਹੈਂਡ ਨੂੰ ਇਮੇਜਸ ਆਉਂਦੀਆਂ, ਲੇਕਿਨ ਮੈਮਰੀ ਨਾਲ ਇਸ ਦਾ ਕੋਈ ਲੈਣਾ ਦੇਣਾ ਨਹੀਂ ਹੈ। ਸੋ ਰਾਈਟ ਆਨਸਰ ਇਜ਼ ਆਪਸ਼ਨ ਏ, ਮੈਮਰੀ। ਦੈਨ ਵੈਬ ਪੇਜ ਦੇ ਵਿੱਚ ਇੱਕ ਵਰਡ ਜਿਸ 'ਤੇ ਕਲਿੱਕ ਕਰਦੇ ਹਾਂ ਤਾਂ ਕੋਈ ਹੋਰ ਡਾਕੂਮੈਂਟ ਖੁੱਲ੍ਹਦਾ ਹੈ, ਤਾਂ ਇਹਦਾ ਸਹੀ ਆਨਸਰ ਸੀ ਆਪਸ਼ਨ ਬੀ, ਹਾਈਪਰਲਿੰਕ। ਦੈਨ MS ਵਰਡ ਦੇ ਵਿੱਚ ਸੁਪਰਸਕ੍ਰਿਪਟ, ਸਬਸਕ੍ਰਿਪਟ ਅਤੇ ਸਟ੍ਰਾਈਕ ਥਰੂ ਇਹਨਾਂ ਨੂੰ ਕੀ ਕਿਹਾ ਜਾਂਦਾ? ਇਹ ਨੇ ਬੇਸਿਕਲੀ ਫੌਂਟ ਇਫੈਕਟਸ, ਆਪਸ਼ਨ ਡੀ। ਇਸ ਤੋਂ ਬਾਅਦ ਨੈਕਸਟ ਇਜ਼ ਕਿਹੜੇ ਫੰਕਸ਼ਨ ਨਾਲ ਬੇਸਿਕਲੀ ਕਰੰਟ ਟਾਈਮ ਜੋ ਹੈ ਅਸੀਂ ਵਰਕਸ਼ੀਟ ਸੈੱਲ ਦੇ ਵਿੱਚ ਪਾ ਸਕਦੇ ਹਾਂ? ਅਤੇ ਇਹਦਾ ਆਨਸਰ ਆਉਣਾ ਸੀ ਆਪਸ਼ਨ ਏ, ਇਕੁਅਲ ਟੂ ਨਾਓ, ਬ੍ਰੈਕਟ, ਓਪਨ ਬ੍ਰੈਕਟ, ਕਲੋਜ਼। ਸੋ ਨੈਕਸਟ 100 ਕਿਹੜਾ ਸਾਈਨ ਯੂਜ਼ ਕੀਤਾ ਜਾਂਦਾ ਟੂ ਸਪੈਸੀਫਾਈ ਏ ਸੈੱਲ ਰੇਂਜ? ਸੋ ਇਹ ਕੋਲਨ ਯੂਜ਼ ਕੀਤਾ ਜਾਂਦਾ, ਆਪਸ਼ਨ ਏ। ਵਿਚ ਗਰੋਥ ਆਫ ਸ਼ੂਗਰ ਕੇਨ ਇਜ਼ ਕ੍ਰਿਟੀਕਲ ਫॉर ਇਰੀਗੇਸ਼ਨ? ਸੋ ਇਹਦਾ ਰਾਈਟ ਆਨਸਰ ਸੀ ਆਪਸ਼ਨ ਏ, ਜਰਮੀਨੇਸ਼ਨ। ਐਗਰੀਕਲਚਰ ਦੇ ਸਵਾਲ ਸ਼ੁਰੂ ਹੋ ਗਏ ਨੇ। ਜਰਮੀਨੇਸ਼ਨ ਫੇਜ਼ ਸਭ ਤੋਂ ਇੰਪੋਰਟੈਂਟ ਹੁੰਦਾ ਹੈ। ਇਹਨਾਂ 'ਚੋਂ ਕਿਹੜਾ ਬੈਸਟ ਹੁੰਦਾ ਫॉर ਮੇਨਟੇਨਿੰਗ ਸੋਇਲ ਫਰਟੀਲਿਟੀ? ਸੋ ਇਹ ਥੋੜ੍ਹਾ ਜਿਹਾ ਬਹੁਤ ਟ੍ਰਿਕੀ ਸਵਾਲ ਸੀ, ਕਾਫੀ ਸੋਚਣਾ ਪਿਆ ਇਸ ਸਵਾਲ 'ਤੇ ਕਈ ਸਟੂਡੈਂਟਸ ਨੂੰ। ਸੋ ਇਸਦਾ ਰਾਈਟ ਆਨਸਰ ਹੈ ਸੋਇਆਬੀਨ, ਵੀਟ, ਗ੍ਰੀਨ ਗ੍ਰਾਮ। ਦੈਨ ਨੈਕਸਟ ਪਿੰਕ ਬੋਲਵਰਮ ਪੁੱਛੀ ਗਈ ਡਿਜ਼ੀਜ਼, ਜਿਹਨੇ ਡਿਜ਼ੀਜ਼ ਪੜ੍ਹੀਆਂ ਨੇ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੋਊ। ਬੇਸਿਕਲੀ ਇਹ ਕਾਟਨ ਦੀ ਡਿਜ਼ੀਜ਼ ਹੈ। ਸੋ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਪਹਿਲੀ ਐਗਰੀਕਲਚਰ ਯੂਨੀਵਰਸਿਟੀ ਪੁੱਛੀ ਗਈ, ਇਹ ਵੀ ਬੜਾ ਸੌਖਾ ਸਵਾਲ ਸੀ। ਹਾਲਾਂਕਿ ਕਈ ਬੱਚੇ ਨਹੀਂ ਪੜ੍ਹ ਕੇ ਗਏ ਸੀ, ਕਈਆਂ ਨੇ PAU 'ਤੇ ਟਿਕ ਲਾਇਆ, ਲੇਕਿਨ ਅਸਲ 'ਚ ਇਹ ਸੀਗੀ ਗੋਬਿੰਦ ਬੱਲਭ ਪੰਤ ਐਗਰੀਕਲਚਰ ਯੂਨੀਵਰਸਿਟੀ, ਪੰਤਨਗਰ ਦੇ ਵਿੱਚ, ਆਪਸ਼ਨ ਸੀ। ਦੈਨ ਮੇਜ਼, ਤੋਰੀਆ, ਵੀਟ, ਮੂੰਗ, ਇਸ ਰੋਟੇਸ਼ਨ ਨੂੰ ਕਿਸ ਸਿਸਟਮ ਨੂੰ ਕੀ ਕਿਹਾ ਜਾਂਦਾ? ਸੋ ਇਸ ਦਾ ਰਾਈਟ ਆਨਸਰ ਸੀ ਆਪਸ਼ਨ ਏ, ਮਲਟੀਪਲ ਕ੍ਰੋਪਿੰਗ। ਸੋ ਨੈਕਸਟ ਇਜ਼ ਆਪਸ਼ਨ 106 ਕੁਐਸਚਨ, ਐਸਿਡ ਰੇਨ ਇਹਨਾਂ 'ਚੋਂ ਕਿਹੜੀ ਗੈਸ ਰਾਹੀਂ ਹੁੰਦੀ ਹੈ? ਸੋ NO2 ਅਤੇ SO2 ਰਾਹੀਂ ਹੁੰਦੀਆਂ। ਤਾਂ ਇੱਥੇ ਸਲਫਰ ਡਾਈਆਕਸਾਈਡ ਆਪਸ਼ਨ ਮਿਲ ਗਈ ਹੈ, ਸੋ SO2, ਆਪਸ਼ਨ ਡੀ। ਪੰਜਾਬ ਦੇ ਵਿੱਚ ਸੋਇਲ ਨੂੰ ਕਿੰਨੇ ਤਰੀਕੇ ਨਾਲ ਡਿਵਾਈਡ ਕਰ ਸਕਦੇ ਹਾਂ? ਇਹ ਵੀ ਹੈ ਜੋ ਬੇਸਿਕਲੀ ਡਿਸਪਿਊਟਡ ਹੈ। ਕਈ 3 ਕਹਿ ਰਹੇ ਨੇ, ਕਈ 4, ਕਈ 5। ਸੋ ਸ਼ਾਇਦ ਇਸ 'ਤੇ ਵੀ ਬੇਸਿਕਲੀ ਕੋਈ ਨਾ ਕੋਈ ਜੋ ਹੈ ਆਨਸਰ ਕੀ 'ਤੇ ਡਾਊਟ ਜ਼ਰੂਰ ਆਏਗਾ, ਅਤੇ ਦੇਖਦੇ ਹਾਂ ਕੌਣ ਚੈਲੰਜ ਕਰਦਾ ਇਸ ਨੂੰ।
ਸੋ ਨੈਕਸਟ ਇਜ਼ ਕਿਹੜੀ ਜਿਹੜੀ ਪਲੇਸ ਹੈ ਉਸਨੂੰ ਮੱਕਾ ਕਿਹਾ ਜਾਂਦਾ ਇੰਡੀਅਨ ਹਾਕੀ ਦਾ। ਸੋ ਇਹ ਜੋ ਪਲੇਸ ਹੈ ਦੈਟ ਇਜ਼ ਸੰਸਾਰਪੁਰ। ਠੀਕ ਹੈ, ਦੇਖੋ ਕਿੰਨਾ ਕਰੰਟ ਰਿਲੇਵੈਂਟ ਸਵਾਲ ਹੈ। ਸਾਡੀ ਟੀਮ ਸੈਮੀਫਾਈਨਲ ਦੇ ਵਿੱਚ ਗਈ ਸੀ, ਉਦੋਂ ਕਈ ਅਖਬਾਰਾਂ ਦੇ ਵਿੱਚ ਸੰਸਾਰਪੁਰ ਨੂੰ ਲੈ ਕੇ ਆਰਟੀਕਲਸ ਆਏ ਸੀ ਕਿਉਂਕਿ ਇਹ ਸੰਸਾਰਪੁਰ ਨੇ ਸਾਡੇ ਦੇਸ਼ ਨੂੰ 14 ਓਲੰਪੀਅਨ ਦਿੱਤੇ ਨੇ, ਇਸ ਲਈ ਉਹਨੂੰ ਇੰਡੀਅਨ ਹਾਕੀ ਦਾ ਮੱਕਾ ਵੀ ਕਿਹਾ ਜਾਂਦਾ ਹੈ। ਸੋ ਨੈਕਸਟ ਇਜ਼ ਹੂ ਇਜ਼ ਰਿਸਪੋਂਸੀਬਲ ਫॉर ਜਲਿਆਂਵਾਲਾ ਬਾਗ ਟ੍ਰੈਜੇਡੀ। ਸੋ ਦੇਖੋ ਇੱਥੇ ਡਾਇਰ ਅਤੇ ਡਿਵਾਇਰ ਹੋਣ ਕਨਫਿਊਜ਼ ਹੋਣ ਦੀ ਲੋੜ ਨਹੀਂ ਹੈ। ਰਾਈਟ ਆਨਸਰ ਇਜ਼ ਜਨਰਲ ਡਾਇਰ। ਜਿਹੜੇ ਉੱਥੇ ਗੋਲੀਆਂ ਮਾਰੀਆਂ ਸੀ ਉਹ ਡਾਇਰ ਸੀ। ਉਹ ਡਿਵਾਇਰ ਜੋ ਸੀਗੇ ਉਹ ਪੰਜਾਬ ਦੇ ਲੈਫਟੀਨੈਂਟ ਗਵਰਨਰ ਸੀ ਉਸ ਟਾਈਮ ਦੇ ਜਦੋਂ ਜਲਿਆਂਵਾਲਾ ਬਾਗ ਟ੍ਰੈਜੇਡੀ ਹੋਈ ਸੀ। ਦੈਨ ਖੁਸ਼ਵੰਤ ਸਿੰਘ ਆਟੋਬਾਇਓਗ੍ਰਾਫੀ ਦਾ ਨਾਮ ਪੁੱਛਿਆ ਗਿਆ ਸੀ, ਇਹਦਾ ਆਨਸਰ ਆਪਸ਼ਨ ਡੀ ਹੈ, ਟਰੁਥ ਲਵ ਐਂਡ ਲਿਟਲ ਮੈਲਾਈਜ਼। ਦੈਨ ਨੈਕਸਟ ਸਵਾਲ, ਮਸਨ ਸਿਸਟਮ ਕਿਹੜੇ ਗੁਰੂ ਜੀ ਨੇ ਸ਼ੁਰੂ ਕਰਿਆ ਸੀ। ਸੋ ਇਸਦਾ ਆਨਸਰ ਆਉਣਾ ਸੀ ਆਪਸ਼ਨ ਏ, ਗੁਰੂ ਰਾਮਦਾਸ ਜੀ। ਸੋ ਇਹ ਰਾਈਟ ਆਨਸਰ ਹੋਣਾ ਸੀ। ਸੋ ਕੁਝ ਕੁਐਸਚਨ ਮਿਸ ਹੋ ਗਏ ਸੀ। ਸੋ ਡੈਜ਼ਰਟ ਸੋਇਲ ਇਹਨਾਂ 'ਚੋਂ ਕਿਹੜੇ ਰੀਜਨ ਪਾਈ ਜਾਂਦੀ ਹੈ, ਤੁਹਾਨੂੰ ਪਤਾ ਹੀ ਜਿਹੜਾ ਰਾਜਸਥਾਨ ਦੇ ਨਾਲ ਹਿੱਸਾ ਲੱਗਦਾ। ਸੋ ਰਾਈਟ ਆਪਸ਼ਨ ਇਜ਼ ਆਪਸ਼ਨ ਏ, ਸਾਊਥ ਵੈਸਟ ਰੀਜਨ ਆਫ ਪੰਜਾਬ। ਸੋ 109 ਸਵਾਲ ਸੀਗਾ ਕਿ ਇਹਨਾਂ 'ਚੋਂ ਕਿਹੜਾ ਗ੍ਰੀਨ ਰੈਵੋਲੂਸ਼ਨ ਦਾ ਪਾਰਟ ਨਹੀਂ ਹੈ। ਤਾਂ ਸਭ ਨੂੰ ਪਤਾ ਕਿ ਹਾਈ ਯੀਲਡਿੰਗ ਵੈਰਾਈਟੀਜ਼ ਆਈਆਂ ਸੀ, ਫਰਟੀਲਾਈਜ਼ਰ ਦੀ ਗੱਲ ਕੀਤੀ ਗਈ ਸੀ, ਜ਼ਿਆਦਾ ਪਾਣੀ ਇਰੀਗੇਸ਼ਨ ਦੀ ਗੱਲ ਕੀਤੀ ਗਈ ਸੀ, ਕ੍ਰੌਪ ਇੰਸ਼ੋਰੈਂਸ ਦੀ ਕੋਈ ਗੱਲ ਨਹੀਂ ਹੋਈ ਸੀ। ਸੋ ਰਾਈਟ ਆਨਸਰ ਇਜ਼ ਆਪਸ਼ਨ ਡੀ। ਇਹਨਾਂ 'ਚੋਂ ਕਿਹੜੀਆਂ ਖਰੀਫ ਸੀਜ਼ਨ ਦੇ ਵਿੱਚ ਨਹੀਂ ਉਗਾਈਆਂ ਜਾਂਦੀਆਂ, ਬਾਰਲੀ ਐਂਡ ਮਸਟਰਡ। ਮਸਟਰਡ ਦੇਖੋ ਇਹ ਬੜਾ ਆਸਾਨ ਸੀ, ਤੁਹਾਨੂੰ ਸਭ ਨੂੰ ਪਤਾ ਹੈ। ਸਰੋਂ ਦਾ ਸਾਗ ਤੁਸੀਂ ਖਰੀਫ ਯਾਨੀ ਕਿ ਰਾਈਸ ਵੇਲੇ ਗਰਮੀਆਂ ਦੇ ਵਿੱਚ ਤਾਂ ਖਾਂਦੇ ਨਹੀਂ, ਸਰਦੀਆਂ ਦੇ ਵਿੱਚ ਖਾਂਦੇ ਹੋ। ਸੋ ਇਹ ਖਰੀਫ ਦੀਆਂ ਫਸਲਾਂ ਨਹੀਂ ਹੋਣਗੀਆਂ। ਸੋ ਰਾਈਟ ਆਪਸ਼ਨ ਹੈ ਆਪਸ਼ਨ ਸੀ। ਹਰਿਮੰਦਰ ਸਾਹਿਬ ਦੀ ਨੀਂਹ ਜਿਹੜੀ ਹੈ ਕਿਸਨੇ ਰੱਖੀ ਸੀ। ਬਹੁਤ ਹੀ ਸੌਖਾ ਸਵਾਲ ਸੀ, ਸਭ ਨੇ ਸਹੀ ਕਰਿਆ ਹੈ, ਮੀਆਂ ਮੀਰ, ਆਪਸ਼ਨ ਬੀ। ਦੈਨ 112 ਸਵਾਲ, ਸਤਲੁਜ ਅਤੇ ਬਿਆਸ ਦੇ ਵਿੱਚ ਜਿਹੜਾ ਟ੍ਰੈਂਗੂਲਰ ਏਰੀਆ ਉਸਨੂੰ ਕੀ ਕਹਿੰਦੇ ਨੇ। ਇਹ ਵੀ ਬੜਾ ਆਸਾਨ ਸਵਾਲ ਸੀ, ਇਹ ਤੁਹਾਡਾ ਮੈਪ ਵਗੈਰਾ ਕਲੀਅਰ ਨੇ। ਸੋ ਇਸ ਏਰੀਆ ਨੂੰ ਦੁਆਬਾ ਕਿਹਾ ਜਾਂਦਾ, ਆਪਸ਼ਨ ਸੀ। ਦੈਨ 113ਵਾਂ ਸਵਾਲ, ਸੱਗੀ ਫੁੱਲ ਜੋ ਹੈ ਪੰਜਾਬੀ ਕਲਚਰ ਦੇ ਵਿੱਚ ਇਹਨੂੰ ਕੀ ਹੈ, ਕੀ ਚੀਜ਼ ਹੈ ਬੇਸਿਕਲੀ। ਤੁਸੀਂ ਕਾਫੀ ਵਾਰੀ ਦੇਖਿਆ ਹੋਊਗਾ ਸਿਰ ਦੇ ਉੱਤੇ ਇੱਕ ਔਰਨਾਮੈਂਟ ਹੁੰਦਾ। ਸੋ ਇਟ ਇਜ਼ ਐਨ ਔਰਨਾਮੈਂਟ, ਆਪਸ਼ਨ ਸੀ। ਪੰਜਾਬੀ ਸੂਬਾ ਦੇ ਪਾਇਨੀਅਰ ਕੌਣ ਸੀ। ਬੜਾ ਹੀ ਬੇਸਿਕ ਅਤੇ ਬਿਲਕੁਲ ਸਿੱਧਾ ਸਵਾਲ। ਰਾਈਟ ਆਨਸਰ ਇਜ਼ ਆਪਸ਼ਨ ਏ, ਮਾਸਟਰ ਤਾਰਾ ਸਿੰਘ। ਦੈਨ ਭਗਤ ਸਿੰਘ ਕਿਹੜੀ ਐਸੋਸੀਏਸ਼ਨ ਨਾਲ ਐਸੋਸੀਏਟਡ ਸੀਗੇ, ਇਹਦਾ ਆਨਸਰ ਆਉਣਾ ਸੀ ਡੀ, ਦੋਨੇ ਹੀ। ਹਿੰਦੁਸਤਾਨ ਸੋਸ਼ਲਿਸਟ ਪਬਲਿਕ ਐਸੋਸੀਏਸ਼ਨ ਨਾਲ ਤਾਂ ਸੀਗੇ, ਨੌਜਵਾਨ ਭਾਰਤ ਸਭਾ ਦੇ ਨਾਲ ਵੀ ਜੁੜੇ ਹੋਏ ਸਨ। ਦੈਨ 116ਵਾਂ ਸਵਾਲ, ਇਹਨਾਂ ਤੋਂ ਫੋਕ ਗੇਮ ਪੁੱਛੀ ਗਈ ਸੀ। ਕਾਫੀ ਬੱਚਿਆਂ ਨੇ ਛੱਡਿਆ ਹੈ ਕਿਉਂਕਿ ਫੋਕ ਗੇਮ ਨਹੀਂ ਪੜ੍ਹੀਆਂ ਸੀ, ਲੇਕਿਨ ਇਸ ਦਾ ਸਹੀ ਆਨਸਰ ਹੈ ਪੌਂਚੀ। ਪੌਂਚੀ ਜੋ ਹੈ ਬੇਸਿਕਲੀ ਇੱਕ ਬ੍ਰੇਸਲੈਟ ਹੁੰਦਾ ਹੱਥ ਦੇ ਵਿੱਚ ਪਾਉਣ ਵਾਲਾ। ਬਾਕੀ ਜੋ ਤਿੰਨ ਨੇ ਉਹ ਬੇਸਿਕਲੀ ਫੋਕ ਗੇਮਸ ਨੇ, ਪੌਂਚੀ ਨਹੀਂ ਹੈ। ਸੋ ਦੋਸਤੋ ਇਹ ਸੀ ਬੇਸਿਕਲੀ ਪਟਵਾਰੀ ਦਾ ਜੋ ਅੱਜ ਐਗਜ਼ਾਮ ਆਇਆ ਉਸ ਦੀ ਆਨਸਰ ਕੀ। ਉਮੀਦ ਕਰਦੇ ਹਾਂ ਕਿ ਤੁਸੀਂ ਬਹੁਤ ਹੀ ਅੱਛਾ ਸਕੋਰ ਕਰਿਆ ਹੋਵੇਗਾ। ਤੁਸੀਂ ਜਿੰਨਾ ਵੀ ਸਕੋਰ ਕਰਿਆ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਰੱਖੋ, ਅਤੇ ਥੋੜ੍ਹਾ ਬਾਕੀਆਂ ਦਾ ਸਾਰਿਆਂ ਦਾ ਅਨਾਲਿਸਿਸ ਪਤਾ ਲੱਗ ਜੇ। ਉਸ ਤੋਂ ਬਾਅਦ ਅਸੀਂ ਇੱਕ ਕੱਟ ਆਫ 'ਤੇ ਵੀ ਵੀਡੀਓ ਬਣਾ ਕੇ ਪਾਵਾਂਗੇ। ਸੋ ਜਿਨ੍ਹਾਂ ਦੇ ਫਿਰ ਵੀ ਜਿਨ੍ਹਾਂ ਨੂੰ ਲੱਗਦਾ ਹੈ ਕਿ ਜਿਨ੍ਹਾਂ ਦੇ 90+ ਜੋ ਮਾਰਕਸ ਸਹੀ ਆ ਰਹੇ ਨੇ, 90-95+, ਉਹ ਤਾਂ ਬਿਲਕੁਲ ਹੀ ਤਿਆਰੀ ਕਰ ਦੇਣ ਆਪਣੀ ਸ਼ੁਰੂ ਟਾਇਰ 2 ਦੀ। ਸੋ ਬਾਕੀ ਦੇਖਦੇ ਹਾਂ, ਜਿਵੇਂ ਕਿਹਾ ਗਿਆ ਸੀ PSSB ਚੇਅਰਮੈਨ ਦੇ ਦੁਆਰਾ ਕਿ 5 ਦਿਨ ਦੇ ਅੰਦਰ ਜੋ ਹੈ ਬੇਸਿਕਲੀ ਸਾਰਾ ਰਿਜ਼ਲਟ ਦਿੱਤਾ ਜਾਊਗਾ, ਅਤੇ ਆਨਸਰ ਕੀ ਵੀ ਮੇਰੇ ਹਿਸਾਬ ਨਾਲ ਕੱਲ੍ਹ ਨੂੰ ਜਿਹੜੀ ਹੈ ਆਉਣ ਦੀ ਪੂਰੀ ਉਮੀਦ ਹੈ, ਜਿਹੜੀ ਓਫੀਸ਼ੀਅਲ ਆਨਸਰ ਕੀ ਹੈ। ਸੋ ਉਸ ਤੋਂ ਬਾਅਦ ਦੇਖਦੇ ਹਾਂ ਕਿ ਕਿੰਨੇ ਮਾਰਕਸ ਬਣਦੇ ਨੇ। ਅਤੇ ਜਦ ਵੀ ਤੁਸੀਂ ਇਹ ਵੀਡੀਓ ਦੇਖੋ ਤਾਂ ਆਪਣੇ ਮਾਰਕਸ ਜ਼ਰੂਰ ਕਮੈਂਟ ਸੈਕਸ਼ਨ ਵਿੱਚ ਸਾਨੂੰ ਐਂਡ 'ਚ ਦੱਸੋ ਕਿ ਤੁਹਾਨੂੰ ਇਸ 'ਚ ਕਿੰਨੇ ਮਾਰਕਸ ਮਿਲੇ ਹਨ। ਸੋ ਦੋਸਤੋ ਮਿਲਾਂਗੇ ਅੱਗੇ ਇੱਕ ਹੋਰ ਵੀਡੀਓ ਦੇ ਨਾਲ। ਧੰਨਵਾਦ ਉਦੋਂ ਤੱਕ ਲਈ।